ਦੋਸਤੋ, ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਭਾਈ ਕਰਮਜੀਤ ਸਿੰਘ ਸੁਨਾਮ ਬਾਰੇ ਦੱਸਣਾ ਚਾਹੂੰਗਾ, ਜਿਨ੍ਹਾਂ ਨੂੰ ਸਾਡੀ ਕੌਮ ਨੇ ਅਣਗੌਲੇ ਕੀਤਾ ਹੋਇਆ ਹੈ। ਪਰ ਜਿੱਡੀ ਕੁਰਬਾਨੀ ਉਹਨਾਂ ਦੀ ਹੈ, ਦੁਨੀਆ ਦੇ ਵਿੱਚ ਉਹਨਾਂ ਦੀ ਕੁਰਬਾਨੀ ਵਰਗੀ ਉਦਾਹਰਨ ਕਿਤੋਂ ਨਹੀਂ ਮਿਲਦੀ। ਭਾਈ ਕਰਮਜੀਤ ਸਿੰਘ ਸੁਨਾਮ ਜੀ ਨੇ ਐਡੀ ਵੱਡੀ ਕੁਰਬਾਨੀ ਕੀਤੀ ਹੈ, ਜਿੱਥੋਂ ਤੱਕ ਸੋਚਣਾ ਵੀ ਸਾਡੀ ਸੋਚ ਤੋਂ ਪਰੇ ਹੈ। 1984 ਵਿੱਚ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ, ਬੇਦੋਸ਼ੇ ਸਿੱਖਾਂ, ਜਿਨ੍ਹਾਂ ਵਿੱਚ ਜਵਾਕ, ਔਰਤਾਂ ਦੇ ਬਲਾਤਕਾਰ, ਕਿੰਨਾ ਗੁੰਡਾਗਰਦੀ ਦਾ ਨੰਗਾ ਨਾਚ 31 ਅਕਤੂਬਰ ਤੋਂ ਬਾਅਦ 3 ਨਵੰਬਰ ਤੱਕ ਹੋਇਆ। ਉਹਨਾਂ ਟਾਈਮ ਦੇ ਵਿੱਚ ਭਾਈ ਕਰਮਜੀਤ ਸਿੰਘ ਸੁਨਾਮ ਦਿੱਲੀ ਵਿੱਚ ਰਹਿ ਕੇ ਆਪਣੀ ਪੜ੍ਹਾਈ ਕਰ ਰਹੇ ਸਨ ਅਤੇ ਉੱਥੇ ਹੀ ਆਪਣੀ ਪੜ੍ਹਾਈ ਲਈ ਪੈਸਿਆਂ ਦੀ ਜੋ ਜ਼ਰੂਰਤ ਹੁੰਦੀ ਸੀ, ਉਸ ਨੂੰ ਪੂਰਾ ਕਰਨ ਲਈ ਉੱਥੇ ਹੀ ਇੱਕ ਪ੍ਰਾਈਵੇਟ ਨੌਕਰੀ ਕਰਦੇ ਸੀ। ਭਾਈ ਸਾਹਿਬ ਅਤੇ ਭਾਈ ਸਾਹਿਬ ਦਾ ਦੋਸਤ ਵੀ ਇਸ ਦੰਗਿਆਂ ਦੀ ਲਪੇਟ ਵਿੱਚ ਆ ਗਏ। ਭਾਈ ਸਾਹਿਬ ਦਾ ਜਿਹੜਾ ਦੋਸਤ ਸੀ, ਉਹਨਾਂ ਨੂੰ ਤਾਂ ਉੱਥੇ ਭੀੜ ਨੇ, ਕਾਂਗਰਸੀ ਗੁੰਡਿਆਂ ਨੇ ਮਾਰ ਦਿੱਤਾ, ਪਰ ਕਿਸੇ ਤਰੀਕੇ ਨਾਲ ਭਾਈ ਸਾਹਿਬ ਉੱਥੋਂ ਬਚ ਨਿਕਲੇ। ਪਰ ਇਸ ਕਤਲੇਆਮ ਦਾ ਭਾਈ ਸਾਹਿਬ ਦੇ ਦਿਲ ਔਰ ਦਿਮਾਗ 'ਤੇ ਬਹੁਤ ਹੀ ਡੂੰਘਾ ਅਸਰ ਹੋਇਆ, ਕਿਉਂਕਿ ਉਹਨਾਂ ਨੇ ਇਹ ਸਾਰਾ ਸੰਤਾਪ ਆਪਣੇ ਅੱਖੀਂ ਹੰਢਾਇਆ ਸੀ ਵੀ ਕਿੱਦਾਂ ਉੱਥੇ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਭਾਈ ਸਾਹਿਬ ਨੇ ਉਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਵਿੱਚ ਪਹੁੰਚੇ ਅਤੇ ਆਪਣੇ ਮਨ ਦੇ ਵਿੱਚ ਇਹ ਧਾਰਨਾ ਬਣਾ ਲਈ ਵੀ ਇਸ ਦੇ ਪਿੱਛੇ ਰਾਜੀਵ ਗਾਂਧੀ ਦਾ ਬਹੁਤ ਵੱਡਾ ਹੱਥ ਸੀ। ਉਸ ਨੇ ਹੀ ਇਹ ਬਿਆਨ ਦਿੱਤਾ ਸੀ ਵੀ ਜਦੋਂ ਕੋਈ ਵੱਡਾ ਦਰੱਖਤ ਗਿਰਦਾ ਤਾਂ ਧਰਤੀ ਕੰਬਦੀ ਹੋਈ ਹੈ, ਜਿਸ ਦੇ ਬਿਆਨ ਤੋਂ ਬਾਅਦ ਸਾਰੇ ਹੀ ਕਾਂਗਰਸ ਦੇ ਗੁੰਡਿਆਂ ਨੇ, ਭੜਕੀ ਹੋਈ ਹਿੰਦੂ ਭੀੜ ਨੇ ਸਿੱਖਾਂ ਨੂੰ ਘਰਾਂ 'ਚੋਂ ਕੱਢ ਕੇ ਮਾਰਿਆ। ਬੇਦੋਸ਼ੇ ਜਵਾਕ ਵੀ ਨਹੀਂ ਛੱਡੇ, ਸਾਡੀਆਂ ਸਿੱਖ ਕੌਮ ਦੀਆਂ ਜਨਾਨੀਆਂ ਵੀ ਨਹੀਂ ਛੱਡੀਆਂ, ਜਿਨ੍ਹਾਂ ਧੀਆਂ ਭੈਣਾਂ ਨਾਲ ਬਲਾਤਕਾਰ ਹੋਏ, ਉਹਨਾਂ ਦੇ ਗਲਾਂ ਵਿੱਚ ਟਾਇਰ ਪਾ ਜਿਉਂਦੇ ਹੀ ਸਿੱਖ ਸਾੜੇ। ਪਰ ਭਾਈ ਸਾਹਿਬ ਆਪਣੇ ਅਸੂਲਾਂ ਦੇ ਪੱਕੇ, ਔਰ ਆਪ ਜੀ ਨੇ ਆਪਣੇ ਮਨ 'ਚ ਵਸਾ ਲਿਆ ਵੀ ਮੈਂ ਰਾਜੀਵ ਗਾਂਧੀ ਨੂੰ ਇਸ ਗੱਲ ਦਾ ਸਬਕ ਜ਼ਰੂਰ ਸਿਖਾਊਂਗਾ ਅਤੇ ਮੈਂ ਸਾਡੇ ਬੇਦੋਸ਼ੇ ਸਿੱਖਾਂ ਦਾ ਬਦਲਾ ਜ਼ਰੂਰ ਲਊਂਗਾ। ਕਿਉਂਕਿ ਭਾਈ ਸਾਹਿਬ ਨੂੰ ਇਹ ਅਹਿਸਾਸ ਸੀ ਵੀ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣ ਚੁੱਕਿਆ ਹੈ, ਉਸ ਨੂੰ ਤਾਂ ਕੋਈ ਸਜ਼ਾ ਨਹੀਂ ਮਿਲ ਸਕਦੀ। ਜੇ ਉਸ ਨੂੰ ਸਜ਼ਾ ਮਿਲਣੀ ਹੈ ਤਾਂ ਉਸ ਨੂੰ ਮਾਰ ਕੇ ਹੀ ਸਿੱਖ ਕੌਮ ਦਾ ਬਦਲਾ ਲਿਆ ਜਾ ਸਕਦਾ। ਭਾਈ ਸਾਹਿਬ ਨੇ ਸਭ ਤੋਂ ਪਹਿਲਾਂ ਤਾਂ ਉਸ ਦੀ ਰੇਕੀ ਕਰਨੀ ਸ਼ੁਰੂ ਕੀਤੀ। ਆਪ ਜੀ ਦੇ ਦਿਮਾਗ 'ਚ ਆਇਆ ਵੀ ਇੱਦਾਂ ਤਾਂ ਮੈਂ ਉਸ ਨੂੰ ਨਹੀਂ ਮਿਲ ਸਕਦਾ, ਵੀ ਕਿਸੇ ਇਕੱਠ ਵਾਲੀ ਜਗ੍ਹਾ 'ਤੇ ਜਾਂ ਸਰਕਾਰੀ ਫੰਕਸ਼ਨ 'ਤੇ, ਜਿਵੇਂ 15 ਅਗਸਤ ਨੂੰ ਰਾਜੀਵ ਗਾਂਧੀ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣ ਆਉਂਦਾ ਹੈ, ਉਹੋ ਜਿਹੀ ਜਗ੍ਹਾ 'ਤੇ ਹੀ ਮੈਂ ਉਸ ਨੂੰ ਮਾਰ ਸਕਦਾ ਹਾਂ। ਭਾਈ ਸਾਹਿਬ ਨੇ 15 ਅਗਸਤ ਤੋਂ ਪਹਿਲਾਂ ਉੱਥੇ ਜਾ ਕੇ ਦੇਖਿਆ ਵੀ ਕਿੱਦਾਂ ਮੈਂ ਉਸ ਦੇ ਨੇੜੇ ਜਾ ਸਕੂੰਗਾ। ਪਰ ਭਾਈ ਸਾਹਿਬ ਇਹ ਦੇਖ ਕੇ ਬਹੁਤ ਪਰੇਸ਼ਾਨ ਹੋਏ ਵੀ ਪ੍ਰਧਾਨ ਮੰਤਰੀ ਸਿਕਿਉਰਟੀ ਹੀ ਬਹੁਤ ਹੈ, ਉੱਥੇ ਤਾਂ ਮੈਂ ਉਹਨਾਂ ਦੇ ਅੱਧਾ ਕਿਲੋਮੀਟਰ ਘੇਰੇ ਦੇ ਵਿੱਚ ਨੇੜੇ ਵੀ ਨਹੀਂ ਜਾ ਸਕਦਾ, ਉੱਥੇ ਉਸ ਨੂੰ ਮਾਰਨਾ ਜਾਂ ਉਸ 'ਤੇ ਹਮਲਾ ਕਰਨਾ ਬਹੁਤ ਹੀ ਔਖਾ ਹੈ। ਫਿਰ ਭਾਈ ਸਾਹਿਬ ਨੂੰ ਇੱਕ ਦਿਨ ਪਤਾ ਲੱਗਿਆ ਵੀ ਰਾਜੀਵ ਗਾਂਧੀ 2 ਅਕਤੂਬਰ ਨੂੰ ਰਾਜਘਾਟ ਵਿਖੇ, ਜਿੱਥੇ ਮਹਾਤਮਾ ਗਾਂਧੀ, ਨਹਿਰੂ ਵਗੈਰਾ ਦੀਆਂ, ਜਿਨ੍ਹਾਂ ਨੂੰ ਉੱਥੇ ਦਾਗ ਲਗਾਇਆ ਗਿਆ ਸੀ, ਉਹਨਾਂ ਦੀਆਂ ਉੱਥੇ ਸ਼ਹੀਦੀ ਸਮਾਰਕਾਂ ਬਣਾਈਆਂ ਹੋਈਆਂ ਨੇ, ਵੀ ਉੱਥੇ ਵੀ ਰਾਜੀਵ ਗਾਂਧੀ 2 ਤਰੀਕ ਨੂੰ ਜਾਂਦਾ ਹੈ ਅਤੇ ਉੱਥੇ ਮੈਂ ਕਿਸੇ ਤਰ੍ਹਾਂ ਨਾਲ ਉਸ 'ਤੇ ਹਮਲਾ ਕਰ ਸਕਦਾ ਹਾਂ। ਭਾਈ ਸਾਹਿਬ ਨੇ ਇਸ ਮਿਸ਼ਨ ਦੇ ਵਿੱਚ ਕਿਸੇ ਦਾ ਵੀ ਸਾਥ ਨਹੀਂ ਲਿਆ। ਆਪਣੇ ਦਿਮਾਗ ਨਾਲ ਹੀ, ਜਿੰਨੀ ਕੁ ਆਪ ਜੀ ਨੂੰ ਸੋਝੀ ਸੀਗੀ, ਆਪ ਜੀ ਨੇ ਆਪਣੇ ਕੰਮ ਦੇ ਵਿੱਚੋਂ ਪਤਾ ਨਹੀਂ ਕਿਵੇਂ 300 ਰੁਪਏ ਇਕੱਠੇ ਕਰਕੇ ਗੰਗਾ ਨਗਰ ਤੋਂ ਜਾ ਕੇ ਪਹਿਲਾਂ ਤਾਂ ਇੱਕ ਦੇਸੀ ਰਿਵਾਲਵਰ, ਜਿਸ ਨੂੰ ਦੇਸੀ ਕੱਟਾ ਕਹਿੰਦੇ ਨੇ, ਉਹ ਲੈ ਕੇ ਆਂਦਾ ਅਤੇ ਆਪਣੇ ਕਿਸੇ ਲਿਹਾਜੀ ਕੋਲੋਂ 4-5 ਕਾਰਤੂਸ ਵੀ ਉਧਾਰੇ ਕਿਸੇ ਬਹਾਨੇ ਨਾਲ ਲੈ ਲਏ।
ਭਾਈ ਸਾਹਿਬ ਨੇ ਮਨ ਦੇ ਵਿੱਚ ਇਹ ਸੋਚਿਆ ਸੀ ਵੀ ਮੈਂ ਰਾਜਘਾਟ 'ਤੇ 1 ਮਹੀਨਾ ਪਹਿਲਾਂ ਹੀ ਜਾ ਕੇ ਕਿਸੇ ਜਗ੍ਹਾ 'ਤੇ ਲੁੱਕ ਕੇ ਬੈਠ ਜਾਊਂਗਾ, ਕਿਉਂਕਿ ਜਦੋਂ 2 ਅਕਤੂਬਰ ਆਉਂਦੀ ਹੈ ਉਸ ਤੋਂ ਹਫ਼ਤਾ 10 ਦਿਨ ਪਹਿਲਾਂ ਉੱਥੇ ਬਹੁਤ ਸਿਕਿਉਰਿਟੀ ਲੱਗ ਜਾਂਦੀ ਹੈ। ਪਹਿਲਾਂ ਹੀ ਸਿਕਿਉਰਿਟੀ ਦੇ ਇੰਤਜ਼ਾਮ ਹੋਣੇ ਸ਼ੁਰੂ ਹੋ ਜਾਂਦੇ ਨੇ। ਭਾਈ ਸਾਹਿਬ ਨੇ ਸੋਚਿਆ ਵੀ ਮੈਂ 1 ਜਾਂ 2 ਸਤੰਬਰ ਨੂੰ ਹੀ ਰਾਜਘਾਟ 'ਤੇ ਜਾ ਕੇ ਉੱਥੇ ਕਿਸੇ ਜਗ੍ਹਾ 'ਤੇ ਲੁੱਕ ਕੇ ਬੈਠ ਜਾਊਂਗਾ ਅਤੇ 1 ਮਹੀਨਾ ਮੈਂ ਆਪਣੇ ਦੁਸ਼ਮਣ, ਸਿੱਖਾਂ ਦੇ ਦੁਸ਼ਮਣ, ਜਿਸ ਨੇ ਇੰਨੇ ਸਿੱਖ ਬੇਦੋਸ਼ੇ ਮਾਰੇ, ਉਸ 'ਤੇ ਹਮਲਾ ਕਰਾਂਗਾ। ਪਰ ਭਾਈ ਸਾਹਿਬ ਨੇ ਦੇਖਿਆ ਉੱਥੇ ਹਜੇ 1 ਮਹੀਨਾ ਪਹਿਲਾਂ ਕੋਈ ਸਿਕਿਉਰਿਟੀ ਵਗੈਰਾ ਨਹੀਂ ਸੀ, ਪਰ ਹੌਲੀ ਹੌਲੀ ਦਿੱਲੀ ਪੁਲਿਸ ਅਤੇ CRF ਦੇ ਮੁਲਾਜ਼ਮ ਉੱਥੇ ਗੇੜਾ ਮਾਰਨ ਲੱਗ ਜਾਂਦੇ ਨੇ। ਇੱਦਾਂ ਕਰਕੇ ਭਾਈ ਸਾਹਿਬ ਫਿਰ ਵੀ 10 ਦਿਨ ਪਹਿਲਾਂ 22 ਸਤੰਬਰ ਦੇ ਦਿਨ 1986 ਨੂੰ ਉੱਥੇ ਇੱਕ ਦਰੱਖਤ, ਜਿਹਨੂੰ ਬੋਗਨਵੇਲ ਕਹਿੰਦੇ ਨੇ, ਬੋਗਨਵੇਲ ਦਾ ਇੱਕ ਦਰੱਖਤ ਮਹਾਤਮਾ ਗਾਂਧੀ ਸਮਾਰਕ ਕੋਲ ਬਣਿਆ ਹੋਇਆ ਸੀ, ਜੋ ਕਿ ਇੱਕ ਪਰਛੱਤੀ ਜੀ, ਜਿਵੇਂ ਕੋਈ ਸਜਾਵਟ ਲਈ ਇੱਕ ਥੰਮਲਾ ਜਿਹਾ ਬਣਿਆ ਹੁੰਦਾ, ਉਸ ਦੇ ਆਲੇ ਦੁਆਲੇ ਉਹ ਬੇਲ ਘੁੰਮ ਕੇ ਉਸਨੇ ਕਾਫੀ ਘੇਰਾ ਬਣਾਇਆ ਹੋਇਆ ਸੀ। ਭਾਈ ਸਾਹਿਬ ਨੇ ਉਸ ਬੇਲ ਦੇ ਉੱਪਰ ਹੀ ਚੜ੍ਹ ਕੇ ਬੈਠ ਗਏ 22 ਤਰੀਕ ਨੂੰ। ਪਰ ਭਾਈ ਸਾਹਿਬ ਨੇ ਆਪਣੇ ਕੋਲੇ ਇਸ ਮਿਸ਼ਨ ਨੂੰ ਕੰਪਲੀਟ ਕਰਨ ਲਈ ਨਿੱਕਾ 35 ਤਰ੍ਹਾਂ ਦਾ ਸਮਾਨ ਵੀ ਆਪਣੇ ਕੋਲੇ ਰੱਖਿਆ ਸੀ, ਜਿਨ੍ਹਾਂ ਦੇ ਵਿੱਚ ਖਾਣ ਲਈ ਭੁੱਜੇ ਹੋਏ ਛੋਲੇ, ਉਹ ਵੀ ਕੋਈ ਇੰਨੇ ਜ਼ਿਆਦਾ ਕੁਆਂਟਿਟੀ 'ਚ ਨਹੀਂ, ਸਗੋਂ ਕਿ 600 ਗ੍ਰਾਮ, ਅੱਧਾ ਕਿੱਲੋ ਦੇ ਲਗਭਗ ਸੀਗੇ, ਅਤੇ ਮੱਛਰ ਨਾ ਲੜ ਸਕੇ ਉਸ ਤੋਂ ਇੱਕ ਟਿਊਬ ਓਡੋਮਾਸ, ਇਹੋ ਜਿਹੇ ਤਰ੍ਹਾਂ ਦਾ ਕਾਫੀ ਸਮਾਨ, 35 ਤਰ੍ਹਾਂ ਦਾ, ਜਿਵੇਂ ਸਿਰ ਦੁਖਦੇ ਦੀ ਗੋਲੀ, ਬੁਖਾਰ ਦੀਆਂ ਗੋਲੀਆਂ, ਕਿਉਂਕਿ 10 ਦਿਨ ਇੱਦਾਂ ਕਿਸੇ ਦਰੱਖਤ 'ਤੇ ਚੜ੍ਹ ਕੇ ਲੁੱਕ ਕੇ ਬਹਿਣਾ ਬਹੁਤ ਹੀ ਔਖਾ ਕੰਮ ਹੈ, ਜਿਸ ਦੀ ਕਿ ਉਦਾਹਰਨ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ। ਭਾਈ ਸਾਹਿਬ ਨੇ ਬਸ ਹੋਰ ਸਮਾਨ ਤਾਂ ਸਾਰਾ ਨਿੱਕਾ ਇਕੱਠਾ ਕਰ ਲਿਆ ਸੀ, ਪਰ ਭਾਈ ਸਾਹਿਬ ਨੂੰ ਇਹ ਅਹਿਸਾਸ ਨਹੀਂ ਸੀਗਾ ਵੀ ਕਿਤੇ ਬਾਰਿਸ਼ ਵੀ ਆ ਸਕਦੀ ਹੈ। ਮਾੜੀ ਕਿਸਮਤ ਕਹਿ ਲਓ ਵੀ 22 ਤਰੀਕ ਨੂੰ ਭਾਈ ਸਾਹਿਬ ਉਸ ਦਰੱਖਤ ਦੇ ਉੱਪਰ ਚੜ੍ਹ ਕੇ ਬੈਠ ਜਾਂਦੇ ਨੇ, ਅਤੇ 23 ਤਰੀਕ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਮੀਂਹ ਵੀ ਲਗਾਤਾਰ 6 ਦਿਨ ਪਿਆ। ਭਾਈ ਸਾਹਿਬ ਦਿਨ ਪਰ ਰਾਤ ਮੀਂਹ ਦੇ ਵਿੱਚ ਭਿੱਜਦੇ ਰਹੇ, ਪਰ ਸਿੱਖ ਪੰਥ, ਸਿੱਖ ਧਰਮ ਦੇ ਬਹੁਤ ਹੀ ਜ਼ਿਆਦਾ ਬਾਣੀ ਦੇ ਤਪੀਏ ਹੋਣ ਕਾਰਨ ਗੁਰੂ ਸਾਹਿਬ ਨੂੰ ਯਾਦ ਕਰਦੇ, ਬਾਣੀ ਪੜ੍ਹਦੇ, ਉੱਦਾਂ ਹੀ ਇਹੋ ਜਿਹੇ ਮੌਸਮ ਵਿੱਚ ਦਰੱਖਤ 'ਤੇ ਬੈਠੇ ਰਹੇ। ਔਰ ਤੁਸੀਂ ਆਪ ਸਮਝ ਸਕਦੇ ਹੋ ਵੀ ਕਿੰਨਾ ਜ਼ਿਆਦਾ ਔਖਾ ਹੋਵੇਗਾ ਭਾਈ ਸਾਹਿਬ ਨੂੰ ਇੱਦਾਂ ਦਰੱਖਤ 'ਤੇ ਬੈਠਣਾ, ਨਾ ਲੇਟ ਸਕਣਾ। ਕਿੱਦਾਂ ਭਾਈ ਸਾਹਿਬ ਇੰਨੇ ਦਿਨ ਵੇਟ ਕਰਦੇ ਰਹੇ। ਅਖੀਰ ਜਦੋਂ 2 ਅਕਤੂਬਰ ਦਾ ਦਿਨ ਆ ਜਾਂਦਾ ਹੈ, ਭਾਈ ਸਾਹਿਬ ਦੇ ਸਾਹਮਣੇ ਜਦੋਂ ਰਾਜੀਵ ਗਾਂਧੀ ਉੱਥੇ ਪਹੁੰਚ ਜਾਂਦਾ ਹੈ, ਭਾਈ ਸਾਹਿਬ ਨੇ ਇੱਕ ਫਾਇਰ ਕੀਤਾ ਜੋ ਰਾਜੀਵ ਗਾਂਧੀ ਦੇ ਕੰਨ ਕੋਲੋਂ ਦੀ ਹੋ ਕੇ ਚਲਾ ਗਿਆ, ਪਰ ਉਸ ਦੀ ਕਿਸਮਤ ਚੰਗੀ ਸੀ, ਉਸ ਨੂੰ ਫਾਇਰ ਨਹੀਂ ਲੱਗਿਆ। ਪੁਲਿਸ ਨੂੰ ਜਦੀ ਏਜੰਸੀਆਂ ਜੋ ਉੱਥੇ ਲੱਗੀਆਂ ਹੁੰਦੀਆਂ ਨੇ, ਸਿਕਿਉਰਿਟੀ ਦੀਆਂ ਘੇਰੇ ਬਣੇ ਹੁੰਦੇ ਨੇ, ਜਿਵੇਂ ਦਿੱਲੀ ਪੁਲਿਸ, ਆਰਮੀ, ਵੱਖ ਤਰ੍ਹਾਂ ਦੀਆਂ ਹੋਰ ਫੋਰਸਾਂ, SFJ, ਉਹਨਾਂ ਨੂੰ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਇਹ ਗੋਲੀ ਇੰਨੀ ਕਿਵੇਂ ਨੇੜੋਂ ਦੀ ਚੱਲ ਸਕਦੀ ਹੈ। ਉਹਨਾਂ ਨੇ ਜਦੀ ਰਾਜੀਵ ਗਾਂਧੀ ਦੇ ਆਲੇ ਦੁਆਲੇ ਫੋਰਸ ਨੇ ਘੇਰਾ ਬਣਾ ਲਿਆ, ਅਤੇ ਭਾਈ ਸਾਹਿਬ ਨੇ ਜਦੀ ਆਪਣੇ ਉਸ ਰਿਵਾਲਵਰ ਵਿੱਚੋਂ ਦੂਜਾ ਅਤੇ ਤੀਜਾ ਫਾਇਰ ਕਰ ਦਿੱਤਾ। ਉਹ ਵੀ ਗੋਲੀ ਰਾਜੀਵ ਗਾਂਧੀ ਦੇ ਨਹੀਂ ਲੱਗੀ, ਸਗੋਂ ਕਮਾਂਡੋ 2-3 ਮੁਲਾਜ਼ਮਾਂ ਦੇ ਲੱਗ ਜਾਂਦੀ ਹੈ। ਜਦੋਂ ਸਾਰੀ ਫੋਰਸ ਆਸੇ ਪਾਸੇ ਸਰਚ ਕਰਦੀ ਹੈ ਵੀ ਗੋਲੀ ਆ ਕਿੱਧਰੋਂ ਰਹੀ ਹੈ, ਤਾਂ ਉਹਨਾਂ ਨੂੰ ਉਸ ਬੋਗਨਵੇਲ ਦਰੱਖਤ ਦੇ ਕੋਲੋਂ ਧੂੰਆਂ ਨਿਕਲਦਾ ਦਿਖਿਆ, ਅਤੇ ਸਾਰੀ ਫੋਰਸ ਨੇ ਉੱਧਰ ਨੂੰ ਜਿੱਧਰ ਭਾਈ ਸਾਹਿਬ ਲੁਕੇ ਹੋਏ ਸੀ ਦਰੱਖਤ ਵੱਲ ਨੂੰ ਫਾਇਰ ਕਰ ਦਿੱਤੇ। ਪਰ ਜਿਸ ਨੂੰ ਕਹਿੰਦੇ ਹੁੰਦੇ ਆ ਵੀ ਪਰਮਾਤਮਾ ਜਿਸ ਨੂੰ ਰੱਖਦਾ ਹੈ ਉਸ ਨੂੰ ਹੱਥ ਦੇ ਕੇ ਹੀ ਰੱਖ ਲੈਂਦਾ ਹੈ। ਭਾਈ ਸਾਹਿਬ ਦੇ ਕੋਈ ਵੀ ਫਾਇਰ ਨਹੀਂ ਲੱਗਿਆ, ਅਤੇ ਭਾਈ ਸਾਹਿਬ ਨੂੰ ਉੱਥੋਂ ਅਰੈਸਟ ਕਰ ਲਿਆ ਗਿਆ। ਤੁਸੀਂ ਇਹ ਦੇਖੋ ਵੀ ਭਾਈ ਸਾਹਿਬ ਨੇ ਕਿੱਦਾਂ 10 ਦਿਨ ਭੁੱਖਣ ਭਾਣੇ ਰਹਿ ਕੇ ਕਿਵੇਂ ਆਪਣੇ ਸਰੀਰ ਨੂੰ ਤਿਆਰ ਕੀਤਾ ਹੋਇਆ ਸੀ ਵੀ ਮੈਂ ਕੋਈ ਕਿੱਦਾਂ 10 ਦਿਨ ਮੈਂ ਬਿਨਾਂ ਬਾਥਰੂਮ ਕਰੇ ਜਾਂ ਸਰੀਰ ਦੀ ਕਿਰਿਆ ਕਰੇ, ਲੈਟਰਿਨ ਵਗੈਰਾ,
ਵੀ ਕਿੱਦਾਂ ਮੈਂ ਅਡੋਲ ਰਹਿ ਕੇ ਉੱਥੇ ਆਪਣੇ ਦੁਸ਼ਮਣ ਦੀ ਘਾਤ ਲਾ ਕੇ ਵੇਟ ਕਰ ਸਕਦਾ ਹਾਂ। ਕਿੱਡੀ ਵੱਡੀ ਉਦਾਹਰਨ ਭਾਈ ਸਾਹਿਬ ਨੇ ਇਹ ਦਿੱਤੀ ਦੁਨੀਆ ਦੇ ਵਿੱਚ, ਜੋ ਕਿ ਅੱਜ ਤੱਕ ਵੀ ਸਾਨੂੰ ਇਹੋ ਜਿਹੀ ਉਦਾਹਰਨ ਨਹੀਂ ਮਿਲਦੀ ਵੀ ਆਪਣੇ ਕਿਸੇ ਦੁਸ਼ਮਣ ਨੂੰ ਮਾਰਨ ਲਈ ਇਨਸਾਨ 10 ਦਿਨ ਖੁੱਲ੍ਹੇ ਅਸਮਾਨ ਹੇਠ ਕਿਵੇਂ ਵੇਟ ਕਰ ਸਕਦਾ ਹੈ। ਉਸ ਤੋਂ ਮਗਰੋਂ ਭਾਈ ਸਾਹਿਬ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਅਤੇ ਭਾਈ ਸਾਹਿਬ ਨੂੰ 2 ਮਹੀਨੇ ਤਸ਼ੱਦਦ ਝੱਲਣਾ ਪੈਂਦਾ ਹੈ। ਵੱਖ-ਵੱਖ ਏਜੰਸੀਆਂ ਉਹਨਾਂ ਨੂੰ ਰਿਮਾਂਡ 'ਤੇ ਲੈ ਕੇ ਉਹਨਾਂ ਨੂੰ ਟੌਰਚਰ ਕਰਦੀਆਂ ਨੇ। ਤੁਸੀਂ ਇਹ ਦੇਖ ਲਓ ਵੀ ਰਾਜੀਵ ਗਾਂਧੀ ਦੇ ਮਨ 'ਚ ਵੀ ਐਡਾ ਡਰ ਪੈ ਗਿਆ ਸੀ ਵੀ 4-5 ਦਿਨਾਂ ਬਾਅਦ ਉਹ ਆਪ ਭਾਈ ਸਾਹਿਬ ਨੂੰ ਮਿਲਣ ਗਏ। ਉਸ ਟਾਈਮ ਭਾਈ ਸਾਹਿਬ ਲਾਲ ਕਿਲ੍ਹੇ ਦੇ ਵਿੱਚ ਜਿਹੜਾ ਟੌਰਚਰ ਰੂਮ ਬਣਾਇਆ ਹੋਇਆ ਸੀ ਉੱਥੇ ਕੈਦ ਸਨ। ਰਾਜੀਵ ਗਾਂਧੀ ਨੇ ਆ ਕੇ ਭਾਈ ਸਾਹਿਬ ਨੂੰ ਕਿਹਾ ਵੀ ਤੁਸੀਂ ਮੈਨੂੰ ਮਾਰਨਾ ਕਿਉਂ ਚਾਹੁੰਦੇ ਨੇ। ਭਾਈ ਸਾਹਿਬ ਨੇ ਅਡੋਲ ਹੋ ਕੇ ਰਾਜੀਵ ਗਾਂਧੀ ਨੂੰ ਕਿਹਾ ਵੀ ਤੁਸੀਂ ਸਾਡੀ ਸਿੱਖ ਕੌਮ, ਦਿੱਲੀ ਵਿੱਚ ਜੋ ਦੰਗੇ ਹੋਏ ਸੀ ਵੀ ਤੁਸੀਂ ਕਰਵਾਏ ਸੀ, ਤੁਸੀਂ ਬੇਦੋਸ਼ੇ ਸਿੱਖਾਂ ਦੇ ਕਾਤਲ ਹੋ ਔਰ ਸਿੱਖ ਕੌਮ ਤੁਹਾਨੂੰ ਮਾਰ ਕੇ ਹੀ ਹਟੇਗੀ। ਗੁਰੂ ਸਾਹਿਬ ਨੇ ਇਹ ਕਿਰਪਾ ਮੇਰੇ 'ਤੇ ਕਰੀ ਸੀ, ਪਰ ਪਤਾ ਨਹੀਂ ਕਿਵੇਂ ਮੈਂ ਖੁੰਝ ਗਿਆ। ਜੇ ਮੇਰੇ ਕੋਲ ਕੋਈ ਹਥਿਆਰ ਵਧੀਆ ਹੁੰਦਾ ਤਾਂ ਮੈਂ ਤੁਹਾਨੂੰ ਛੱਡਣਾ ਨਹੀਂ ਸੀ। ਰਾਜੀਵ ਗਾਂਧੀ ਇਹ ਸੁਣ ਕੇ ਗੁੱਸੇ ਵਿੱਚ ਆ ਗਿਆ। ਉਹ ਸਿੱਧਾ ਹੀ ਭਾਈ ਸਾਹਿਬ ਨੂੰ ਕਹਿਣ ਲੱਗਾ ਵੀ ਜੇ ਤੁਸੀਂ, ਮੈਂ ਤੁਹਾਨੂੰ ਛੱਡ ਦੇਵਾਂਗਾ, ਮਾफ़ ਕਰ ਦੂੰਗਾ, ਪਰ ਤੁਸੀਂ ਮੀਡੀਆ 'ਤੇ ਆ ਕੇ ਇਹ ਮਾफ़ੀ ਮੰਗ ਲਵੋ ਵੀ ਮੈਂ ਕਿਸੇ ਦੇ ਪਿੱਛੇ ਲੱਗ ਕੇ, ਆਪਣਾ ਮਾਈਂਡ ਵਾਸ਼ ਕਰਕੇ, ਕਿਸੇ ਏਜੰਸੀ ਦੇ ਮਗਰ ਲੱਗ ਕੇ ਮੈਂ ਪ੍ਰਧਾਨ ਮੰਤਰੀ 'ਤੇ ਹਮਲਾ ਕਰਿਆ, ਜਿਸ ਦੀ ਕਿ ਮੈਂ ਮਾफ़ੀ ਮੰਗਦਾ ਹਾਂ। ਪਰ ਭਾਈ ਸਾਹਿਬ ਨੇ ਇਹ ਮਾफ़ੀ ਮੰਗਣ ਤੋਂ ਇਨਕਾਰ ਕਰ ਦਿੱਤਾ ਅਤੇ ਰਾਜੀਵ ਗਾਂਧੀ ਨੂੰ ਖਰੀਆਂ ਸੁਣਾਈਆਂ। ਉਸ ਤੋਂ ਬਾਅਦ ਭਾਈ ਸਾਹਿਬ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਅਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਬਹੁਤ ਤਸੀਹੇ ਦਿੱਤੇ ਗਏ। ਨਿੱਕੀ ਜਿਹੀ ਕਾਲ ਕੋਠੜੀ ਵਿੱਚ ਰੱਖਿਆ ਗਿਆ, ਪਰ ਭਾਈ ਸਾਹਿਬ, ਜਿਵੇਂ ਸਿੱਖ ਪੰਥ ਵਿੱਚ ਆਪਾਂ ਨੂੰ ਉਦਾਹਰਨਾਂ ਮਿਲਦੀਆਂ ਨੇ ਯੋਧਿਆਂ ਦੀਆਂ, ਉੱਦਾਂ ਹੀ ਅਡੋਲ ਰਹੇ ਅਤੇ ਇਹਨਾਂ ਨੇ ਜੇਲ੍ਹ ਦੇ ਵਿੱਚੋਂ ਆਪਣੀ ਅੱਗੇ ਦੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ ਅਤੇ ਜੇਲ੍ਹ ਵਿੱਚ ਬੈਠ ਕੇ ਹੀ ਸਤਿਗੁਰ ਗੁਰਬਾਣੀ ਪੜ੍ਹਦੇ ਰਹੇ ਅਤੇ ਆਪਣੀ ਲਾਅ ਦੀ ਪੜ੍ਹਾਈ, ਵਕਾਲਤ ਦੀ ਪੜ੍ਹਾਈ ਵੀ ਉੱਥੋਂ ਜੇਲ੍ਹ ਦੇ ਵਿੱਚੋਂ ਹੀ ਕੀਤੀ। ਭਾਈ ਸਾਹਿਬ ਨੇ ਜੇਲ੍ਹ ਅਨੁਸ਼ਾਸਨ ਵਿੱਚ ਰਹਿ ਕੇ ਬਹੁਤ ਹੀ ਵਧੀਆ ਸਾਊ ਤਰੀਕੇ ਨਾਲ ਕੱਟੀ। ਭਾਈ ਸਾਹਿਬ ਦੇ ਜੇਲ੍ਹ ਦੇ ਵਿੱਚ ਵਧੀਆ ਵਰਤਾਰਾ ਹੋਣ ਕਰਕੇ ਇਹਨਾਂ ਨੂੰ 15 ਸਾਲ ਬਾਅਦ ਜੱਜ ਸਾਹਿਬ ਨੇ ਇਹਨਾਂ ਦਾ ਬਿਹੇਵੀਅਰ, ਵਰਤਾਓ ਦੇਖ ਕੇ ਇਹਨਾਂ ਨੂੰ ਛੱਡ ਦਿੱਤਾ। ਭਾਈ ਸਾਹਿਬ ਉਦੋਂ ਬਾਅਦ ਜੇਲ੍ਹ 'ਚੋਂ ਰਿਹਾਅ ਹੋ ਕੇ ਸੁਨਾਮ ਆਪਣੇ ਨਗਰ ਚਲੇ ਜਾਂਦੇ ਨੇ ਅਤੇ ਭਾਈ ਸਾਹਿਬ ਨੇ ਉੱਥੇ ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਸਕੂਲ ਵੀ ਸਟਾਰਟ ਕਰਿਆ ਅਤੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਆਪਣੀ ਵਕਾਲਤ ਵੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਨੇ ਆਪਣੇ ਸਿੱਖ ਕੌਮ 'ਤੇ ਕੋਈ ਅਹਿਸਾਨ ਦੇ ਬਦਲੇ ਕਦੇ ਵੀ ਕੋਈ ਵਡਿਆਈ ਨਹੀਂ ਲਈ, ਨਾ ਹੀ ਕਦੇ ਮੀਡੀਆ 'ਤੇ ਆ ਕੇ ਸਿੱਖ ਕੌਮ ਨੂੰ ਸਵਾਲ ਖੜ੍ਹੇ ਕੀਤੇ ਵੀ ਉਹਨਾਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਨਹੀਂ ਮਿਲਿਆ। ਆਪ ਆਪਣਾ ਜੀਵਨ ਬਹੁਤ ਵਧੀਆ ਹਜੇ ਵੀ ਸਿੱਖ ਪੰਥ ਦੀ ਸੇਵਾ ਲਈ ਬਤੀਤ ਕਰ ਰਹੇ ਨੇ, ਕਿਉਂਕਿ ਭਾਈ ਸਾਹਿਬ ਨੇ ਜਿਹੜਾ ਸਕੂਲ ਖੋਲ੍ਹਿਆ ਹੋਇਆ ਹੈ ਉੱਥੇ ਸਿੱਖ ਬੱਚਿਆਂ, ਬੀਬੀਆਂ ਨੂੰ ਅੱਜ ਵੀ ਬਹੁਤ ਮਦਦ ਕਰੀ ਜਾਂਦੀ ਹੈ ਜੇ ਕੋਈ ਫੀਸ ਨਹੀਂ ਦੇ ਸਕਦਾ। ਭਾਈ ਸਾਹਿਬ ਨੇ ਆਪਣਾ ਇੰਨਾ ਵਧੀਆ ਜੀਵਨ, ਇੰਨੇ ਦਿਮਾਗੀ ਸੀਗੇ, ਪਰ ਸਿੱਖ ਕੌਮ ਦੇ ਲੇਖੇ ਹੀ ਲਗਾ ਦਿੱਤਾ। ਔਰ ਇਹੋ ਜਿਹੀ ਉਦਾਹਰਨ ਕਿਤੇ ਵੀ ਸਾਨੂੰ ਨਹੀਂ ਮਿਲਦੀ ਜਿੱਦਾਂ ਭਾਈ ਸਾਹਿਬ ਨੇ 10 ਦਿਨ ਭੁੱਖਣ ਭਾਣੇ ਰਹਿ ਕੇ ਦਿੱਲੀ ਦੰਗਿਆਂ ਦੇ ਦੋਸ਼ੀ ਨੂੰ, ਦੇਖ ਲਓ ਵੀ ਕਿੱਦਾਂ ਉਸ 'ਤੇ ਹਮਲਾ ਕੀਤਾ। ਅੰਤ ਵਿੱਚ ਮੈਂ ਸਾਰੀ ਕੌਮ ਨੂੰ ਇਸ ਵੀਡੀਓ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜਿੱਦਾਂ ਹੁਣ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਮੋਰਚਾ ਲੱਗਿਆ ਹੋਇਆ ਹੈ, ਮੈਂ ਸਿੱਖ ਕੌਮ ਨੂੰ, ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਕੌਮਾਂ 300 ਤੋਂ 400 ਸਾਲਾਂ ਇਤਿਹਾਸ ਵੀ ਯਾਦ ਰੱਖਦੀਆਂ ਨੇ। ਭਾਈ ਸਾਹਿਬ ਦੀ ਕੁਰਬਾਨੀ ਕਰੇ ਨੂੰ ਤਾਂ ਹਜੇ 30 ਤੋਂ 35 ਸਾਲ ਹੀ ਹੋਏ ਨੇ, ਪਰ ਆਪਣੇ ਨੌਜਵਾਨਾਂ ਨੇ, ਖਾਸ ਕਰਕੇ ਸਿੱਖ ਧਰਮ ਦੇ ਪ੍ਰਚਾਰਕਾਂ ਨੇ ਕਦੇ ਵੀ ਭਾਈ ਸਾਹਿਬ ਦਾ ਇਸ ਤਰ੍ਹਾਂ ਨਾਲ ਕਦੇ ਨਾਮ ਨਹੀਂ ਲਿਆ, ਨਾ ਹੀ ਅਕਾਲ ਤਖ਼ਤ ਤੋਂ ਕਦੇ ਭਾਈ ਸਾਹਿਬ ਬਾਰੇ ਸੁਣਿਆ ਹੈ। ਸਿੱਖ ਕੌਮ ਨੂੰ ਇਹੋ ਜਿਹੇ ਯੋਧਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸਮੁੱਚੇ ਪੰਥ ਨੂੰ ਇਹਨਾਂ ਦੀਆਂ ਉਦਾਹਰਨਾਂ ਦੇਣੀਆਂ ਚਾਹੀਦੀਆਂ ਹਨ ਅਤੇ ਭਾਈ ਸਾਹਿਬ ਨੂੰ ਇਹਨਾਂ ਦਾ ਬਣਦਾ ਮਾਣ ਸਤਿਕਾਰ ਵੀ ਸਿੱਖ ਕੌਮ ਨੂੰ ਦੇਣਾ ਚਾਹੀਦਾ ਹੈ ਵੀ ਕਿੱਦਾਂ ਇਹਨਾਂ ਨੇ
ਆਪਣੇ ਦਿੱਲੀ ਦੰਗਿਆਂ ਦਾ ਬਦਲਾ ਲੈਣ ਖਾਤਰ ਆਪਣੀ ਜ਼ਿੰਦਗੀ ਨੂੰ ਕੰਡਿਆਂ ਦੇ ਰਾਹ ਕਹਿ ਲਓ ਜਾਂ ਹਨੇਰੇ ਵਿੱਚ ਧੱਕ ਦਿੱਤਾ, ਪਰ ਸਿੱਖ ਪੰਥ ਲਈ ਭਾਈ ਸਾਹਿਬ ਨੇ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਇਆ। ਭਾਈ ਸਾਹਿਬ ਕਰਮਜੀਤ ਸਿੰਘ ਸੁਨਾਮ, ਕਿਉਂਕਿ ਸੁਨਾਮ ਦੀ ਧਰਤੀ ਉਦੋਂ ਪਹਿਲਾਂ ਸ਼ਹੀਦ ਊਧਮ ਸਿੰਘ ਦੇ ਨਾਮ ਕਰਕੇ ਵੀ ਬਹੁਤ ਦੁਨੀਆ ਵਿੱਚ ਮਸ਼ਹੂਰ ਹੈ। ਕਿੱਦਾਂ ਸ਼ਹੀਦ ਊਧਮ ਸਿੰਘ ਨੇ ਵੀ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਖਾਤਰ 21 ਸਾਲ ਇੰਗਲੈਂਡ ਦੇ ਵਿੱਚ ਕਿੱਦਾਂ ਉਹਨਾਂ ਨੇ ਬਦਲਾ ਲਿਆ ਅਤੇ ਸਮੁੱਚੇ ਦੁਨੀਆ ਨੂੰ ਦੱਸਿਆ ਵੀ ਕਿੱਦਾਂ ਜਨਰਲ ਡਾਇਰ ਨੇ ਬਦੋਸ਼ੇ ਸਿੰਘ ਮਾਰੇ ਸੀ, ਤਾਂ ਕਿੱਦਾਂ ਹੀ ਭਾਈ ਊਧਮ ਸਿੰਘ ਨੇ ਉਸ ਦਾ ਬਦਲਾ ਲਿਆ। ਇੱਦਾਂ ਹੀ ਭਾਈ ਕਰਮਜੀਤ ਸਿੰਘ ਸੁਨਾਮ ਨੇ ਰਾਜੀਵ ਗਾਂਧੀ 'ਤੇ ਹਮਲਾ ਕਰਕੇ ਉਸ ਇਤਿਹਾਸ ਨੂੰ ਮੁੜ ਦੁਹਰਾਇਆ ਅਤੇ ਸਮੁੱਚੀ ਦੁਨੀਆ ਵਿੱਚ ਉਦਾਹਰਨ ਦਿੱਤੀ ਵੀ ਸਿੱਖ ਕੌਮ ਕਦੇ ਵੀ ਕਿਸੇ ਦੀ ਭਾਜੀ ਨਹੀਂ ਰੱਖਦੀ, ਸਗੋਂ ਭਾਜੀ ਮੋੜਨਾ ਜਾਣਦੀ ਹੈ। ਭਾਈ ਸਾਹਿਬ ਦੀ ਇਸ ਕੁਰਬਾਨੀ ਨੂੰ ਕੋਟੀ ਕੋਟੀ ਪ੍ਰਣਾਮ, ਸਾਡਾ ਸਿਰ ਝੁਕਦਾ ਹੈ, ਕਿਉਂਕਿ ਇਹੋ ਜਿਹੀ ਕੁਰਬਾਨੀ ਦੁਨੀਆ ਦੇ ਵਿੱਚ ਨਹੀਂ ਸੁਣਨ ਨੂੰ ਮਿਲਦੀ ਵੀ ਕਿੱਦਾਂ ਭਾਈ ਸਾਹਿਬ 10 ਦਿਨ ਇੱਕ ਦਰਖਤ 'ਤੇ ਬੈਠ ਕੇ ਆਪਣੇ ਦੁਸ਼ਮਣ ਦੀ ਵੇਟ ਕਰਦੇ ਰਹੇ, ਕਿੱਦਾਂ ਉਹ ਟਾਈਮ ਦੇ ਵਿੱਚ 5-6 ਦਿਨ ਲਗਾਤਾਰ ਮੀਂਹ ਪੈਂਦੇ ਵਿੱਚ ਵਿਚਾਰੇ ਭਿੱਜਦੇ ਰਹੇ। ਅੱਜ ਵੀ ਭਾਈ ਸਾਹਿਬ ਕਹਿੰਦੇ ਨੇ ਕਿ ਮੈਨੂੰ ਇਸ ਗੱਲ ਦਾ ਹੀ ਗਿਲਾ ਹੈ, ਜੇ ਮੇਰੇ ਕੋਲ ਉਸ ਟਾਈਮ ਕੋਈ ਹਥਿਆਰ ਵਧੀਆ ਹੁੰਦਾ ਤਾਂ ਮੈਂ ਰਾਜੀਵ ਗਾਂਧੀ ਨੂੰ ਮਾਰ ਸਕਦਾ ਸੀ ਅਤੇ ਸਿੱਖ ਕੌਮ ਦਾ ਬਦਲਾ ਉਦੋਂ ਹੀ ਲੈ ਸਕਦਾ ਸੀ, ਪਰ ਮੈਂ ਜਿੰਨੇ ਜੋਗਾ ਸੀ ਪਰਮਾਤਮਾ ਨੇ ਜੋ ਕੁਛ ਮੈਨੂੰ ਬਖਸ਼ਿਆ ਸੀ, ਜਾਂ ਕਹਿ ਲਓ ਵੀ ਰਾਜੀਵ ਗਾਂਧੀ ਦੀ ਉਮਰ ਵਧੀ ਸੀ, ਇਹ ਭਾਣਾ ਨਹੀਂ ਵਰਤ ਸਕਿਆ। ਭਾਈ ਸਾਹਿਬ ਨੂੰ ਹਮੇਸ਼ਾ ਸਿੱਖ ਪੰਥ ਯਾਦ ਕਰਦਾ ਰਹੂਗਾ, ਉਹਨਾਂ ਦੀ ਕੁਰਬਾਨੀ ਅੱਗੇ ਸਾਰਾ ਸਿੱਖ ਪੰਥ ਸਿਰ ਝੁਕਾਵੇਗਾ। ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ, ਭਾਈ ਸਾਹਿਬ ਬਾਰੇ ਜ਼ਰੂਰ ਜਾਣੋ, ਉਹਨਾਂ ਨੇ ਜੋ ਜੀਵਨ ਬਤੀਤ ਕੀਤਾ ਹੈ ਉਸ ਤੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ। ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ।